हाँ जी, प्यारे विद्यार्थियों, बीए भाग पहला ਸਮੈਸਟਰ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬੀਏ ਭਾਗ ਪਹਿਲਾ ਕਰ ਰਹੇ ਨੇ। ਮੈਂ ਉਹਨਾਂ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਬ ਹਾਂ। ਬੀਏ ਫਸਟ ਈਅਰ ਦੇ ਪਹਿਲੇ ਸਮੈਸਟਰ ਦੇ ਸਿਲੇਬਸ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਨਾਂ ਦਾ ਇੱਕ ਕਾਵਿ ਸੰਗ੍ਰਹਿ ਤੁਹਾਡੇ ਸਿਲੇਬਸ 'ਚ ਲੱਗਾ ਹੋਇਆ। ਉਹਦੇ ਵਿੱਚ 19ਵਾਂ ਕਵੀ ਹੈ ਲਾਲ ਸਿੰਘ ਦਿਲ। ਲਾਲ ਸਿੰਘ ਦਿਲ ਇੱਕ ਜੁਝਾਰਵਾਦੀ ਕਵੀ ਵਜੋਂ ਪ੍ਰਸਿੱਧ ਰਿਹਾ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਲਾਲ ਸਿੰਘ ਦਿਲ ਬਾਰੇ ਕੁਝ ਗੱਲਾਂ ਕਰਾਂਗੇ। ਲਾਲ ਸਿੰਘ ਦਿਲ ਦੇ ਜੀਵਨ ਬਾਰੇ, ਲਾਲ ਸਿੰਘ ਦਿਲ ਦੀ ਕਵਿਤਾ ਬਾਰੇ ਤੇ ਆਪਣੇ ਸਿਲੇਬਸ ਵਿੱਚ ਜੋ ਉਹਦੀਆਂ ਦੋ ਕਵਿਤਾਵਾਂ ਨੇ ਉਹਨਾਂ ਬਾਰੇ ਕੁਝ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਦੇ ਇਸ ਲੈਕਚਰ ਦੇ ਵਿੱਚ ਕਰਾਂਗਾ। ਲਾਲ ਸਿੰਘ ਦਿਲ ਜਿਹੜਾ ਹੈ ਉਹ ਆਧੁਨਿਕ ਕਵਿਤਾ ਦਾ ਇੱਕ ਮਹੱਤਵਪੂਰਨ ਕਵੀ ਹੈ। ਉਹਨੂੰ ਕਵੀਆਂ ਦਾ ਕਵੀ ਵੀ ਕਹਿ ਦਿੱਤਾ ਜਾਂਦਾ ਹੈ। ਲਾਲ ਸਿੰਘ ਦਿਲ 11 ਅਪ੍ਰੈਲ 1943 ਨੂੰ ਘੁੰਗਰਾਲੀ ਸਿੱਖਾਂ ਪਿੰਡ ਦੇ ਵਿੱਚ ਇੱਕ ਗਰੀਬ ਦਲਿਤ ਪਰਿਵਾਰ ਦੇ ਵਿੱਚ ਪੈਦਾ ਹੁੰਦਾ ਹੈ ਤੇ ਪਿੰਡ ਦੀ ਆਪਣੀ ਜਾਤ ਦੇ ਵਿੱਚ ਉਹ ਪਹਿਲਾ ਲੜਕਾ ਹੈ ਜਿਹਨੇ 10ਵੀਂ ਪਾਸ ਕੀਤੀ ਤੇ ਫਿਰ ਕਾਲਜ ਦਾਖਲ ਹੋਇਆ। ਤੇ ਪੜ੍ਹਨ ਦੇ ਨਾਲ ਨਾਲ ਲਾਲ ਸਿੰਘ ਦਿਲ ਦਿਹਾੜੀ ਵੀ ਕਰਦਾ ਰਿਹਾ ਤੇ ਸਕੂਲ 'ਚ ਪੜ੍ਹਦੇ ਹੀ ਉਸਨੇ ਜਾਤ ਪਾਤ ਦਾ ਵਿਤਕਰਾ ਜਿਹੜਾ ਮਹਿਸੂਸ ਕਰ ਲਿਆ ਸੀ। ਫਿਰ ਉਹ ਸਕੂਲ ਦੇ ਵਿੱਚ ਇੱਕ ਬੇਸਿਕ ਟੀਚਰ ਬਣ ਗਿਆ। ਲਾਲ ਸਿੰਘ ਦਿਲ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਜੱਦੋ-ਜਹਿਦ ਭਰਪੂਰ ਹੈ। ਉਸ ਦੀ ਜ਼ਿੰਦਗੀ ਇਸ ਗੱਲ ਦੀ ਗਵਾਹੀ ਹੈ ਕਿ ਸਾਡੇ ਸਮਾਜ 'ਚ ਜਾਤ ਪਾਤ ਦੇ ਨਾਂ ਤੇ ਜਿਹੜੇ ਵਿਤਕਰੇ ਹੁੰਦੇ ਆ ਉਹਦੀਆਂ ਜੜ੍ਹਾਂ ਜਿਹੜੀਆਂ ਕਿੰਨੀਆਂ ਡੂੰਘੀਆਂ। ਤੇ ਇਸ ਦੇ ਵਿੱਚ ਭਾਵੇਂ ਕੋਈ ਹਿੰਦੂ ਧਰਮ ਦਾ ਹੈ, ਚਾਹੇ ਕੋਈ ਸਿੱਖ ਧਰਮ ਦਾ ਹੈ, ਚਾਹੇ ਕੋਈ ਮੁਸਲਿਮ ਧਰਮ ਦਾ ਹੈ, ਉਹ ਕੋਈ ਵੀ ਵਿਅਕਤੀ ਜਿਹੜਾ ਕਥਿਤ ਛੋਟੀ ਜਾਤੀ ਨਾਲ ਸੰਬੰਧਿਤ ਹੈ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਸਾਡੇ ਸਮਾਜ ਦੇ ਵਿੱਚ ਕੀਤਾ ਜਾਂਦਾ ਹੈ ਉਹਦੇ ਬਾਰੇ ਕੋਈ ਬਹੁਤੀ ਜਿਹੜੀ ਹੈ ਚੰਗੀ ਗੱਲ ਜਿਹੜੀ ਹੈ ਸਾਹਮਣੇ ਦੇਖਣ ਨੂੰ ਨਹੀਂ ਮਿਲਦੀ। ਲਾਲ ਸਿੰਘ ਦਿਲ ਸ਼ੁਰੂ ਦੇ ਵਿੱਚ ਨਕਸਲਵਾੜੀ ਲਹਿਰ ਨਾਲ ਜੁੜਦਾ ਜਿਹੜੀ ਕਿ ਵਿਚਾਰਧਾਰਕ ਤੌਰ ਤੇ ਧਰਮ ਤੇ ਜਾਤ ਪਾਤ ਨੂੰ ਨਹੀਂ ਸੀ ਮੰਨਦੀ। ਲਾਲ ਸਿੰਘ ਦਿਲ ਨੇ 60ਵੇਂ ਦੇ ਅੰਤ 'ਚ ਨਕਸਲਵਾੜੀ ਲਹਿਰ ਨਾਲ ਜੁੜ ਕੇ ਤੇ ਮਗਰੋਂ ਇਸਲਾਮ ਧਰਮ ਨੂੰ ਅਪਣਾ ਕੇ ਆਪਣਾ ਨਾਮ ਮੁਹੰਮਦ ਗੁਲਾਮ ਰੱਖ ਕੇ ਜਾਤ ਪਾਤ ਦੀ ਸੀਮਾ ਜਿਹੜੀ ਹੈ ਉਹ ਉਲੰਘਣ ਦੀ ਕੋਸ਼ਿਸ਼ ਤਾਂ ਕਰ ਲਈ, ਪਰ ਹਰ ਥਾਂ ਉੱਤੇ ਪੱਲੇ ਨਿਰਾਸ਼ਤਾਈ ਜਿਹੜੀ ਹੈ ਪੈਂਦੀ ਨਜ਼ਰ ਆਉਂਦੀ ਹੈ। ਨਕਸਲਵਾਦੀ ਲਹਿਰ ਦੇ ਵਿੱਚ ਹਿੱਸਾ ਲੈਣ ਕਰਕੇ ਉਹਨੂੰ 9 ਮਹੀਨੇ ਪੁਲਿਸ ਤਸ਼ੱਦਦ ਵੀ ਝੱਲਣਾ ਪੈਂਦਾ ਹੈ, ਕੈਦ ਵੀ ਕੱਟਣੀ ਪੈਂਦੀ ਹੈ। ਉਹਦੇ ਜਿਹੜੇ ਕਵਿਤਾ ਹੈਗੀ ਜਾਂ ਜਿਹੜਾ ਉਸਦਾ ਕਾਵ ਹੈ ਉਹਦਾ ਮੁੱਖ ਧੁਰਾ ਜਿਹੜੇ ਦੱਬੇ ਕੁਚਲੇ ਲੋਕ ਹੈ ਜਾਂ ਜੋ ਜਾਤੀ ਤੇ ਜਮਾਤੀ ਦੋਹਾਂ ਪੱਧਰਾਂ ਉੱਤੇ ਲੁੱਟੇ ਜਾ ਰਹੇ ਆ ਉਹਨਾਂ ਦੇ ਦੁਆਲੇ ਘੁੰਮਦਾ ਹੈ। ਉਹ ਦਲਿਤ ਮਾਨਸਿਕਤਾ ਨੂੰ ਬੜੇ ਮੋਹ ਨਾਲ ਬੜੇ ਮਤਲਬ ਰੋਹ ਨਾਲ ਪੇਸ਼ ਕਰਦਾ ਤੇ ਉਹਨੇ ਪੰਜਾਬੀ ਸਾਹਿਤ ਨੂੰ ਬਹੁਤ ਖੂਬਸੂਰਤ ਕਾਵ ਸੰਗ੍ਰਹਿ ਦਿੱਤੇ ਹੈ ਜਿਨ੍ਹਾਂ ਦੇ ਵਿੱਚ ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ, ਸੱਥਰ, ਨਾਗਲੋਕ ਜਿਹੜੀਆਂ ਉਹਦੀਆਂ ਚੋਣੀਆਂ ਕਵਿਤਾਵਾਂ ਤੇ ਬਿੱਲਾ ਅੱਜ ਫਿਰ ਆਇਆ। ਬਿੱਲਾ ਕਿਹਨੂੰ ਕਿਹਾ? ਅੰਗਰੇਜ਼ ਨੂੰ। ਇਸ ਤੋਂ ਇਲਾਵਾ ਉਹਦੀ ਇੱਕ ਸਵੈ ਜੀਵਨੀ ਬੜੀ ਪ੍ਰਸਿੱਧ ਹੈ, ਦਾਸਤਾਨ। ਜੇ ਕਿਤੇ ਤੁਹਾਨੂੰ ਮੌਕਾ ਮਿਲੇ ਤਾਂ ਦਾਸਤਾਨ ਜਿਹੜੀ ਹੈ ਉਸਦੀ ਸਵੈ ਜੀਵਨੀ ਪੜ੍ਹ ਕੇ ਦੇਖਿਓ ਕਿ ਉਹਨੂੰ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਯਾਚਨਾਵਾਂ ਦਾ ਸਾਹਮਣਾ ਕਰਨਾ ਪਿਆ। ਤਾਂ ਲਾਲ ਸਿੰਘ ਦਿਲ ਬਾਰੇ ਪ੍ਰਸਿੱਧ ਸਾਡੇ ਕਵੀ ਤੇ ਚਿੰਤਕ ਨੇ ਡਾਕਟਰ ਸੁਰਜੀਤ ਪਾਤਰ। ਉਹਦੇ ਬਾਰੇ ਕਹਿੰਦੇ ਆ ਕਿ ਲਾਲ ਸਿੰਘ ਦਿਲ ਦਾ ਨਾਂ 20ਵੀਂ ਸਦੀ ਦੇ ਉੱਚਤਮ ਕਵੀਆਂ 'ਚ ਲਿਆ ਜਾਂਦਾ ਰਹੇਗਾ। ਉਸ ਦੀ ਕਵਿਤਾ 'ਚ ਗਰੀਬੀ, ਬੇਇਨਸਾਫੀ ਤੇ ਦੱਬੇ ਕੁਚਲੇ ਲੋਕਾਂ ਦਾ ਦਰਦ ਇੰਨੇ ਯਥਾਰਥਕ ਤੇ ਉਭਰਵੇਂ ਰੂਪ 'ਚ ਪੇਸ਼ ਹੋਇਆ ਕਿ ਨਕਸਲਵਾੜੀ ਲਹਿਰ ਦੇ ਕਵੀ ਦੇ ਤੌਰ ਤੇ ਜਾਣਿਆ ਜਾਣ ਲੱਗ ਪਿਆ। ਪੁਲਿਸ ਦੇ ਪਿੱਛੇ ਪਈ ਹੋਣ ਕਰਕੇ ਉਹ ਮੁਜ਼ੱਫਰਨਗਰ ਯੂਪੀ 'ਚ ਚਲਾ ਗਿਆ ਤੇ ਉੱਥੇ ਇੱਕ ਬਾਗ ਦੀ ਰਾਖੀ ਦਾ ਕੰਮ ਕਰਨ ਲੱਗ ਪਿਆ।
ਇੱਥੇ ਹੀ ਉਸਨੇ ਮੁਸਲਿਮ ਸੱਭਿਆਚਾਰ ਦੇ ਪ੍ਰਭਾਵ ਹੇਠ ਜਾਤ ਪਾਤ ਤੋਂ ਛੁਟਕਾਰਾ ਪਾਉਣਾ ਚਾਹਿਆ, ਪਰ ਉਹ ਇਸ ਸਿੱਟੇ ਉੱਤੇ ਪੁੱਜਾ ਕਿ ਸਮੁੱਚੇ ਭਾਰਤ ਨੂੰ ਜਾਤ ਪਾਤ ਦਾ ਕੋੜ ਚਿੰਬੜਿਆ ਹੋਇਆ ਹੈ ਤੇ ਉਸ ਦਾ ਇਸ ਤੋਂ ਛੁਟਕਾਰਾ ਮੁਸ਼ਕਲ ਹੈ। ਪਰੰਤੂ ਇਸ ਦੇ ਬਾਵਜੂਦ ਵੀ ਜੀਵਨ ਦੇ ਅੰਤ ਤੱਕ ਉਹ ਪੱਕਾ ਮੁਸਲਮਾਨ ਰਿਹਾ ਤੇ ਅਖੀਰੀ ਦੌਰ ਦੇ ਵਿੱਚ, ਜ਼ਿੰਦਗੀ ਦੇ ਅਖੀਰੀ ਦੌਰ ਦੇ ਵਿੱਚ ਉਹ ਸਮਰਾਲੇ ਆ ਜਾਂਦਾ ਹੈ ਤੇ ਇੱਥੇ ਉਹ ਚਾਹ ਦੀ ਦੁਕਾਨ ਕਰਦਾ ਹੈ। ਤੇ ਵਿਡੰਬਣਾ ਦੇਖੋ, 15 ਅਗਸਤ 2007, 15 ਅਗਸਤ ਸਾਡਾ ਸੁਤੰਤਰਤਾ ਦਿਵਸ ਹੈ, ਤਾਂ 15 ਅਗਸਤ 2007 ਨੂੰ ਲਾਲ ਸਿੰਘ ਦਿਲ ਜਿਹੜਾ ਹੈ ਉਹ ਸਾਨੂੰ ਸਦੀਵੀ ਵਿਛੋੜਾ ਦੇ ਜਾਂਦਾ ਹੈ। ਸਮਾਜਿਕ ਅਨਿਆਂ ਬਾਰੇ, ਮਾਨਸਿਕ ਪੀੜਾ ਬਾਰੇ ਅਤੇ ਸਰੀਰਕ ਤਸੀਹੇ ਚੱਲ ਕੇ ਲਾਲ ਸਿੰਘ ਦਿਲ ਦੀ ਕਵਿਤਾ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਸ਼ੇ ਜਿਹੜੇ ਆ ਉਹ ਗਾਹੇ ਬਗਾਹੇ ਸਾਨੂੰ ਮਿਲਦੇ ਆ। ਲਾਲ ਸਿੰਘ ਦਿਲ ਨੇ ਕਵਿਤਾ ਲਿਖਣ ਦੀ ਜਿਹੜੀ ਆਪਣੀ ਆਦਤ ਸੀ, ਕਵਿਤਾ ਲਿਖਣ ਦਾ ਜਿਹੜਾ ਹੁਨਰ ਸੀ, ਉਹ ਕਾਲਜ ਪੜ੍ਹਦੇ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਤੇ ਸ਼ੁਰੂ ਚ ਉਹਦੀਆਂ ਕਵਿਤਾਵਾਂ ਇੱਕ ਬਹੁਤ ਪ੍ਰਸਿੱਧ ਪੰਜਾਬੀ ਦਾ ਰਸਾਲਾ ਹੋਇਆ ਕਰਦਾ ਸੀ, ਪ੍ਰੀਤ ਲੜੀ, ਉਹਦੇ ਵਿੱਚ ਛਪੀਆਂ। ਤੇ ਉਹਦੀ ਇੱਕ ਕਵਿਤਾ ਦਾ ਆਪਾਂ ਨਮੂਨਾ ਦੇਖਦੇ ਹਾਂ, ਮਾਂ ਭੂਮੀ ਉਹਦੀ ਕਵਿਤਾ ਹੈ। ਉਹਦੇ ਵਿੱਚ ਕੀ ਲਿਖਦਾ? ਪਿਆਰ ਦਾ ਕੋਈ ਕਾਰਨ ਹੁੰਦਾ? ਪਿਆਰ ਦਾ ਕੋਈ ਕਾਰਨ ਹੁੰਦਾ? ਮਹਿਕ ਦੀ ਕੋਈ ਜੜ ਹੁੰਦੀ ਹੈ? ਸੱਚ ਦਾ ਹੋਵੇ ਨਾ ਕੋਈ ਮਕਸਦ ਕੋਈ, ਸੱਚ ਦਾ ਹੋਵੇ ਨਾ ਹੋਵੇ ਮਕਸਦ ਕੋਈ, ਝੂਠ ਕਦੇ ਬੇਮਕਸਦ ਨਹੀਂ ਹੁੰਦਾ। ਮੈਂ ਤੈਨੂੰ ਪਿਆਰ ਕਰਦਾ। ਇਹਨਾਂ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਨਾ ਸਹੀ, ਮੇਰੇ ਲਈ ਤਾਂ ਨਹੀਂ। ਇਹਨਾਂ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਤਾਂ ਨਹੀਂ। ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ, ਝੂਠ ਕਦੇ ਬੇਮਕਸਦ ਨਹੀਂ ਹੁੰਦਾ। ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਹਨ, ਸੋਨੇ ਦੀ ਚਿੜੀ ਕਹਿੰਦੇ ਹਨ। ਉਹ ਧਰਤੀ ਮਾਂ ਨੂੰ ਸਮਰਪਿਤ ਆਪਣੀਆਂ ਭਾਵਨਾਵਾਂ ਪੇਸ਼ ਕਰਦਾ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਉਹਦੀ ਕਵਿਤਾ ਬਾਰੇ ਕੁਝ ਗੱਲਾਂ, ਉਸਦੇ ਜੀਵਨ ਬਾਰੇ ਕੁਝ ਗੱਲਾਂ। ਹੁਣ ਆਪਾਂ ਜੋ ਤੁਹਾਡੇ ਸਿਲੇਬਸ ਦੇ ਵਿੱਚ ਉਹਦੀ ਕਵਿਤਾ ਦਿੱਤੀ ਹੋਈ ਹੈ ਉਸਨੂੰ ਪੜ੍ਹਦੇ ਔਰ ਮਾਣਦੇ ਹਾਂ। ਪਹਿਲੀ ਕਵਿਤਾ ਹੈ ਅਦਭੁਤ ਸ਼ਹਿਰ। ਇਹ 'ਚ ਕੀ ਲਿਖਦਾ ਹੈ? ਕੀ ਸ਼ਾਇਰ ਸ਼ਾਇਰੀ ਹੀ ਕਰਦਾ ਰਹੇ ਜਾਂ ਕਦੇ ਕੋਈ ਖਤ ਵੀ ਲਿਖੇ, ਪਰ ਕਿਹਨੂੰ? ਮਾਲ ਮੰਤਰੀ ਨੂੰ ਲਿਖੇ ਬਿਨਾਂ ਗੱਲ ਬਣੇਗੀ ਨਹੀਂ। ਅਗਲੀ ਗੱਲ ਲੱਗੇ, ਮੰਤਰੀ ਜੀ ਹੁਣ ਤੁਸੀਂ ਨਵੇਂ ਹੋ, ਪਰ ਪਹਿਲੇ ਮੰਤਰੀ ਜੀ ਦੀ ਸ਼ਿਕਾਇਤ ਹੈ ਹਰੀਜਨਾਂ ਦੀਆਂ ਜ਼ਮੀਨਾਂ ਜੋ ਉਹਨਾਂ ਨੂੰ ਮਿਲਣੀਆਂ ਸਨ, ਮਾਲ ਮੰਤਰੀ ਨੇ ਆਪਣੇ ਨੌਕਰਾਂ ਨਾਲ ਲਿਖਵਾ ਲਈਆਂ ਸਨ, ਢੇਰ ਸਾਰੀਆਂ ਜ਼ਮੀਨਾਂ। ਇਹ ਕਾਵਿ ਸਤਰਾਂ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਲਾਲ ਸਿੰਘ ਦਿਲ ਦੀ ਕਵਿਤਾ ਅਦਭੁਤ ਸ਼ਹਿਰ ਦੇ ਵਿੱਚੋਂ ਲਈਆਂ ਗਈਆਂ। ਤੇ ਲਾਲ ਸਿੰਘ ਦਿਲ ਇਸ ਕਵਿਤਾ 'ਚ ਕਹਿੰਦਾ ਹੈ ਕਿ ਕਿਸ ਤਰ੍ਹਾਂ ਰਾਜ ਭਾਗ ਚਲਾ ਰਿਹਾ ਵਰਗ ਦਲਿਤ ਤੇ ਦਮਤ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕਰ ਰਿਹਾ ਤੇ ਉਹਨਾਂ ਦਾ ਸ਼ੋਸ਼ਣ ਕਰ ਰਿਹਾ ਤੇ ਉਹਨਾਂ ਦੀ ਪੱਤ ਨੂੰ ਰੋਲ ਰਿਹਾ, ਤਾਰ-ਤਾਰ ਕਰ ਰਿਹਾ। ਕਵੀ ਇਹ ਸਵਾਲ ਕਰਦਾ ਹੈ ਕਿ ਕੀ ਸ਼ਾਇਰ ਦਾ ਕੰਮ ਸਿਰਫ ਸ਼ਾਇਰੀ ਕਰਨਾ ਹੀ ਹੈ ਜਾਂ ਕੋਈ ਖਤ ਵੀ ਲਿਖ ਸਕਦਾ ਹੈ? ਪਰ ਉਹ ਖਤ ਕਿਹਨੂੰ ਲਿਖੇ? ਉਹ ਸੋਚਦਾ ਕਿ ਮਾਲ ਮੰਤਰੀ ਨੂੰ ਖਤ ਲਿਖੇ ਬਿਨਾਂ ਉਸ ਦਾ ਮਸਲਾ ਹੱਲ ਨਹੀਂ ਹੋਵੇਗਾ ਤੇ ਅਗਲੀ ਗੱਲ ਅੱਗੋਂ ਦੇਖੀ ਜਾਵੇਗੀ। ਫਿਰ ਉਹ ਖਤ 'ਚ ਮਾਲ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ ਹੈ ਕਿ ਉਹ ਨਵੇਂ-ਨਵੇਂ ਮੰਤਰੀ ਬਣੇ ਹਨ, ਪਰ ਉਹਨਾਂ ਤੋਂ ਪਹਿਲੇ ਮੰਤਰੀ ਵਿਰੁੱਧ ਸ਼ਿਕਾਇਤ ਕਰਦਾ ਹੈ। ਪਹਿਲੇ ਮਾਲ ਮੰਤਰੀ ਨੇ ਬਹੁਤ ਸਾਰੀਆਂ ਜ਼ਮੀਨਾਂ ਆਪਣੇ ਨੌਕਰਾਂ ਦੇ ਨਾਂ ਲਿਖਵਾ ਲਈਆਂ ਸਨ, ਜਿਹੜੀਆਂ ਛੋਟੀਆਂ ਕਥਿਤ ਛੋਟੀਆਂ ਜਾਤੀਆਂ ਦੇ ਲਈ, ਗਰੀਬ ਲੋਕਾਂ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਸਨ। ਅਤੇ ਜਦ ਪਟਵਾਰੀਆਂ ਨੇ 4 ਸਕੂਲੀ ਕੁੜੀਆਂ ਚੁੱਕੀਆਂ ਸਨ, ਇੱਕ ਖੂਹ ਵਿੱਚ ਜਾ ਡਿੱਗੀ ਸੀ, 3 ਉਹਨਾਂ ਦੇ ਹੱਥ ਰਹੀਆਂ, ਉਹ ਬਘਿਆੜ ਮਾਲ ਮੰਤਰੀ ਕੋਲ ਗਏ। ਮਾਲ ਮੰਤਰੀ ਨੇ ਸਲਾਹ ਦਿੱਤੀ, ਇਹ ਮਾਮਲਾ ਰਫਾ ਦਫਾ ਹੋ ਜਾਵੇਗਾ। ਤੁਸੀਂ ਬੇੜ ਦੀਆਂ ਜ਼ਮੀਨਾਂ ਜੋ ਮੇਰੇ ਨੌਕਰਾਂ ਦੇ ਨਾਂ ਹਨ, ਮੇਰੇ ਨਾਂ ਕਰ ਦੇਵੋ, ਮੇਰੇ ਡੰਗਰਾਂ ਦੇ ਨਾਂ, ਕਿਉਂਕਿ ਸਾਡਾ ਇੱਕ ਵੀ ਬੱਚਾ ਅਜਿਹਾ ਨਹੀਂ ਜਿਸ ਦੇ ਨਾਂ ਜ਼ਮੀਨ ਨਾ ਹੋਵੇ। ਮਾਮਲਾ ਰਫਾ ਦਫਾ ਹੋ ਗਿਆ। ਤਾਂ ਕਵੀ ਮਾਲ ਮੰਤਰੀ ਨੂੰ ਕਹਿੰਦਾ ਹੈ ਕਿ ਉਸ ਤੋਂ ਪਹਿਲੇ ਮੰਤਰੀ ਦੇ ਵੇਲੇ ਜਦੋਂ ਪਟਵਾਰੀਆਂ ਨੇ 4 ਸਕੂਲ ਪੜ੍ਹਦੀਆਂ ਕੁੜੀਆਂ ਨੂੰ ਚੁੱਕਿਆ ਸੀ, ਤਦ ਉਹਨਾਂ ਚੋਂ ਇੱਕ ਦਾ ਖੂਹ ਵਿੱਚ ਜਾ ਡਿੱਗੀ ਸੀ, ਪਰ 3 ਉਹਨਾਂ ਦੇ ਹੱਥ ਪੈਰ ਰਹੀਆਂ ਸਨ। ਫਿਰ ਉਹ ਬਘਿਆੜ ਮਾਲ ਮੰਤਰੀ ਕੋਲ ਗਏ। ਕੀ ਕੀਤਾ ਹੋਣਾ ਉਹਨਾਂ ਕੁੜੀਆਂ ਨਾਲ ਉਹਨਾਂ ਪਟਵਾਰੀਆਂ ਨੇ, ਇਹ ਦੱਸਣ ਦੀ ਜ਼ਰੂਰਤ ਨਹੀਂ। ਤਾਂ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮਾਮਲਾ ਰਫਾ ਦਫਾ ਹੋ ਜਾਵੇਗਾ।
ਜਦੋਂ ਜਾਣ ਤੇ ਪਈ ਪਟਵਾਰੀ ਮਾਲ ਮੰਤਰੀ ਕੋਲ ਭੱਜੇ ਤਾਂ ਮਾਲ ਮੰਤਰੀ ਉਹਨਾਂ ਨੂੰ ਕਹਿੰਦਾ ਹੈ ਕਿ ਤੁਹਾਡਾ ਮਾਮਲਾ ਰਫਾ ਦਫਾ ਹੋ ਜਾਵੇਗਾ, ਪਰ ਉਹਨਾਂ ਨੂੰ ਇਹ ਕੰਮ ਕਰਨਾ ਪਵੇਗਾ ਕਿ ਬੇੜ ਦੀਆਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਨੌਕਰਾਂ ਦੇ ਨਾਂ ਹੈ ਉਹ ਉਹਦੇ ਨਾਂ ਕਰ ਦੇਣ, ਉਹਦੇ ਡੰਗਰਾਂ ਦੇ ਨਾਂ ਕਰ ਦੇਣ, ਕਿਉਂਕਿ ਉਹਨਾਂ ਦਾ ਇੱਕ ਵੀ ਬੱਚਾ ਅਜਿਹਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਵੇ। ਤੇ ਫਿਰ ਇਸੇ ਤਰ੍ਹਾਂ ਮਾਮਲਾ ਜਿਹੜਾ ਰਫਾ ਦਫਾ ਹੋ ਜਾਂਦਾ। ਤੇ ਇਹ ਬਹੁਤ ਵੱਡਾ ਵਿਅੰਗ ਹੈ ਸਾਡੀ ਸਿਆਸਤ ਦੇ ਉੱਤੇ। ਅਖਬਾਰਾਂ ਦੇ ਗਲਾਂ 'ਚ ਬੋਲ ਨਹੀਂ, ਥਾਣਿਆਂ 'ਚ ਜ਼ੋਰ ਨਹੀਂ, ਲੋਕਾਂ 'ਚ ਏਕਾ ਨਹੀਂ। ਇਹ ਉਸੇ ਮਾਲ ਮੰਤਰੀ ਦੀ ਗੱਲ ਹੈ ਜਿਸ ਨੇ ਕਸਬੇ ਦੇ ਇੱਕ ਪਾਸੇ ਕਾਲਜ ਇੱਕ ਪਾਸੇ ITI ਬਣਵਾਇਆ ਸੀ ਤਾਂ ਕਿ ਸਟੇਸ਼ਨ ਨਾ ਬਣ ਸਕੇ ਤੇ ਰੇਲ ਉਹਦੇ ਦੋਹਾਂ ਪਾਸੇ ਆਉਂਦੇ ਖੇਤਾਂ 'ਚੋਂ ਨਾ ਗੁਜ਼ਰੇ। ਇਹ ਸੀ ਕਵਿਤਾ ਲਾਲ ਸਿੰਘ ਦਿਲ ਦੀ, ਜਿਹੜੀ ਜੋ ਮਾਲ ਮੰਤਰੀ ਨੂੰ ਸੰਬੋਧਿਤ ਹੁੰਦਾ ਹੈ, ਅਦਭੁਤ ਸ਼ਹਿਰ। ਹੁਣ ਅਸੀਂ ਕਰਦੇ ਹਾਂ ਲਾਲ ਸਿੰਘ ਦਿਲ ਦੀ ਦੂਜੀ ਕਵਿਤਾ ਅਦਭੁਤ ਸ਼ਹਿਰ ਤੋਂ ਬਾਅਦ ਮਾਂ ਭੂਮੀ, ਜਿਹੜੀ ਸਤਰਾਂ ਮੈਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਮਾਂ ਭੂਮੀ ਬਾਰੇ। ਪਿਆਰ ਦਾ ਕੋਈ ਵੀ ਕਾਰਨ ਹੁੰਦਾ, ਪਿਆਰ ਦਾ ਵੀ ਕੋਈ ਕਾਰਨ ਹੁੰਦਾ ਹੈ, ਮਹਿਕ ਦੀ ਕੋਈ ਜੜ ਹੁੰਦੀ ਹੈ, ਸੱਚ ਦਾ ਹੋਵੇ ਨਾ ਹੋਵੇ ਮਕਸਦ ਕੋਈ, ਝੂਠ ਕਦੇ ਬੇਮਕਸਦ ਨਹੀਂ ਹੁੰਦਾ। ਤੇਰੇ ਨੀਲੇ ਪਰਬਤਾਂ ਕਰਕੇ ਨਹੀਂ, ਨਾ ਨੀਲੇ ਪਾਣੀਆਂ ਲਈ, ਜੇ ਇਹ ਬੁੱਢੀ ਮਾਂ ਦੇ ਵਾਲਾਂ 'ਚ ਗੂੜ੍ਹੇ ਰੰਗੇ ਵੀ ਹੁੰਦੇ ਤਦ ਵੀ ਮੈਂ ਤੈਨੂੰ ਪਿਆਰ ਕਰਦਾ, ਨਾ ਹੁੰਦੇ ਤਦ ਵੀ ਮੈਂ ਤੈਨੂੰ ਪਿਆਰ ਕਰਦਾ। ਇਹ ਕਾਵਿ ਸਤਰਾਂ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਲਾਲ ਸਿੰਘ ਦਿਲ ਦੀ ਕਵਿਤਾ ਮਾਂ ਭੂਮੀ ਦੇ ਵਿੱਚੋਂ ਲਈਆਂ ਗਈਆਂ। ਤੇ ਇਹਨਾਂ ਕਵਿਤਾ ਦੀਆਂ ਸਤਰਾਂ ਦੇ ਵਿੱਚ ਕਵੀ ਦੱਸਦਾ ਹੈ ਕਿ ਦੇਸ਼ ਪਿਆਰ ਕਿਸੇ ਵਿਸ਼ੇਸ਼ਤਾ ਜਾਂ ਸਵਾਰਥ ਦਾ ਮੁਤਾਜ ਨਹੀਂ ਹੁੰਦਾ, ਸਗੋਂ ਆਪ ਮੁਹਾਰਾ ਹੁੰਦਾ ਹੈ। ਪਰੰਤੂ ਦੇਸ਼ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਨ ਵਾਲੇ ਦੇਸ਼ ਦੀ ਮਹਿਮਾ ਗਾਉਣ ਦਾ ਪਖੰਡ ਜ਼ਰੂਰ ਕਰਦੇ ਆ। ਕਵੀ ਦਾ ਕਥਨ ਹੈ, ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ। ਉਹਨਾਂ ਸਭਨਾਂ ਉੱਤੇ ਪ੍ਰਸ਼ਨ ਉਠਾਉਂਦਾ ਹੈ ਜੋ ਦੇਸ਼ ਪਿਆਰ ਨੂੰ ਸਹੂਲਤਾਂ ਦੀ ਪ੍ਰਾਪਤੀ ਤੇ ਦੌਲਤਾਂ ਦੀ ਗਰਜ ਨਾਲ ਨਾਪਦੇ ਆ। ਉਹ ਕਹਿੰਦਾ ਹੈ ਕਿ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਤੇ ਮਹਿਕ ਦੀ ਕੋਈ ਜੜ ਨਹੀਂ ਹੁੰਦੀ। ਸੱਚ ਦਾ ਬੇਸ਼ੱਕ ਕੋਈ ਮਕਸਦ ਹੋਵੇ ਜਾਂ ਨਾ ਹੋਵੇ, ਪਰੰਤੂ ਝੂਠ ਦੇ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੁੰਦਾ ਹੈ। ਕਵੀ ਮਾਂ ਭੂਮੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਉਹ ਉਸਨੂੰ ਉਸਦੇ ਨੀਲੇ ਪਹਾੜਾਂ ਜਾਂ ਨੀਲੇ ਸਮੁੰਦਰਾਂ ਦਰਿਆਵਾਂ ਦੇ ਪਾਣੀਆਂ ਕਰਕੇ ਪਿਆਰ ਨਹੀਂ ਕਰਦਾ। ਜੇਕਰ ਉਸਦੇ ਪਹਾੜ ਤੇ ਪਾਣੀ ਬੁੱਢੀ ਮਾਂ ਦੇ ਵਾਲਾਂ ਵਰਗੇ ਪੂਣੀ ਵਰਗੇ ਚਿੱਟੇ ਵੀ ਹੁੰਦੇ, ਉਹ ਤਦ ਵੀ ਉਸਨੂੰ ਪਿਆਰ ਕਰਦਾ। ਜੇਕਰ ਇਹਨਾਂ ਦਾ ਕੋਈ ਰੰਗ ਢੰਗ ਨਾ ਹੁੰਦਾ, ਉਹ ਤਦ ਵੀ ਉਸਨੂੰ ਪਿਆਰ ਕਰਦਾ, ਕਿਉਂਕਿ ਉਹ ਇਸ ਧਰਤੀ ਦੇ ਉੱਤੇ ਜਨਮਿਆ। ਇਹ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਤਾਂ ਨਹੀਂ, ਭਾਵੇਂ ਨਹੀਂ, ਪਿਆਰ ਦਾ ਕਾਰਨ ਕੋਈ ਨਹੀਂ ਹੁੰਦਾ। ਝੂਠ ਕਦੇ ਬੇਮਕਸਦ ਨਹੀਂ ਹੁੰਦਾ। ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਹਨ, ਸੋਨੇ ਦੀ ਚਿੜੀ ਕਹਿੰਦੇ ਹਨ। ਉਹ ਕੀ ਕਹਿੰਦਾ ਹੈ ਕਿ ਉਹ ਜਿਹੜੇ ਲੋਕ ਉਹਨਾਂ ਦੇ ਖਜ਼ਾਨਿਆਂ ਦੇ ਸੱਪਾਂ ਵਾਂਗ ਮਾਲਕ ਬਣੇ ਬੈਠੇ ਆ, ਉਹਨਾਂ ਦਾ ਉਸ ਨਾਲ ਝੂਠਾ ਪਿਆਰ ਬੇਮਕਸਦ ਨਹੀਂ ਹੈ। ਉਹ ਉਸਦੇ ਪਿਆਰ ਦੇ ਗੀਤ ਗਾਉਂਦੇ ਆ ਤੇ ਉਸਨੂੰ ਸੋਨੇ ਦੀ ਚਿੜੀ ਕਹਿੰਦੇ ਆ, ਕਿਉਂਕਿ ਉਹਨਾਂ ਦਾ ਉਸ ਨਾਲ ਪਿਆਰ ਇਸ ਕਰਕੇ ਹੈ ਕਿ ਉਹ ਉਹਨਾਂ ਲਈ ਸੋਨੇ ਦੀ ਚਿੜੀ ਹੈ ਜਿਸ ਨੂੰ ਉਹ ਖੂਨ ਖਿੰਝਣ ਵਿੱਚ ਲੱਗੇ ਹੋਏ ਆ। ਸੋ ਇਹ ਸੀ ਕਵਿਤਾ ਮਾਂ ਭੂਮੀ। ਲਾਲ ਸਿੰਘ ਦਿਲ ਦੀਆਂ ਅਸੀਂ ਦੋ ਕਵਿਤਾਵਾਂ ਕੀਤੀਆਂ ਨੇ, ਅਦਭੁਤ ਸ਼ਹਿਰ ਤੇ ਮਾਂ ਭੂਮੀ। ਮੇਰਾ ਖਿਆਲ ਹੈ ਕਿ ਦੋਨੋਂ ਕਵਿਤਾਵਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਔਰ ਕਵੀ ਲਾਲ ਸਿੰਘ ਦਿਲ ਦੀ ਜਿਹੜੀ ਵਿਚਾਰਧਾਰਾ ਹੈ ਉਹ ਲੋਕ ਪੱਖੀ ਹੈ, ਉਹ ਤੁਹਾਨੂੰ ਪਸੰਦ ਆਈ ਹੋਊਗੀ। ਸੋ ਪਿਆਰੇ ਵਿਦਿਆਰਥੀਓ, ਮਿਲਦੇ ਹਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਕਿਸੇ ਹੋਰ ਕਵੀ ਦੇ ਨਾਲ ਜਾਣ ਪਛਾਣ ਕਰਨ ਲਈ, ਉਹਦੀ ਰਚਨਾ ਨੂੰ ਜਾਣਨ ਲਈ, ਉਸਦੇ ਜੀਵਨ ਨੂੰ ਜਾਣਨ ਲਈ ਔਰ ਉਸਦੇ ਜੋ ਸਿਲੇਬਸ ਵਿੱਚ ਤੁਹਾਡੀ ਕਵਿਤਾਵਾਂ ਨੇ ਉਹਨਾਂ ਨੂੰ ਪੜ੍ਹਨ, ਸੁਣਨ ਅਤੇ ਸਮਝਣ ਲਈ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।